ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਬਾਅਦ ਉਸ ਦੇ ਅਰਥ ਕਰਾਂਗੇ। ਅੱਜ ਕੱਤਕ ਦੇ ਮਹੀਨੇ ਦੀ ਸ਼ਬਦ ਦੀ ਵਾਰੀ ਹੈ ਜੀ। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੂਲਿਆ ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ, ਲੱਗਨ ਜਨਮ ਵਿਜੋਗ, ਖਿਨ ਮੇ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੇ, ਕਿਸ ਥੈ ਰੋਵੇ ਰੋਜ, ਕੀਤਾ ਕੁਛ ਨ ਹੋਵਈ ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਬਿਯੋਗ, ਨਾਨਕ ਕਿਉ ਪ੍ਰਭ ਰਾਖ ਲੇ ਮੇਰੇ ਸਹਿਬ ਬੰਦੀ ਮੋਚ। ਕੱਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋਚ, ਨਾਨਕ ਕਿਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋਚ। ਗੁਰੂ ਜੀ ਕਹਿੰਦੇ ਹਨ ਕਿ ਕੱਤਕ ਦੇ ਮਹੀਨੇ ਵਿੱਚ ਜੇ ਵਿਛੋੜਾ ਸਹਿਣਾ ਪੈਂਦਾ ਹੈ ਤਾਂ ਕਮਾਏ ਹੋਏ ਕਰਮਾਂ ਦਾ ਹੀ ਫਲ ਹੈ। ਇਸ ਲਈ ਇਸ ਦਾ ਦੋਸ਼ ਕਿਸੇ ਹੋਰ ਨੂੰ ਦੇਣਾ ਯੋਗ ਜਾਂ ਉਚਿਤ ਨਹੀਂ ਹੈ ਜੀ। ਪਰਮਾਤਮਾ ਨੂੰ ਭੁਲਾਉਣਾ ਤੇ ਸਭ ਪ੍ਰਕਾਰ ਦੇ ਰੋਗ ਲੱਗ ਜਾਣੇ, ਭਾਵ ਵਿਕਾਰਾਂ ਵਿੱਚ ਫਸੇ ਰਹਿਣਾ ਤੇ ਹਰ ਪ੍ਰਕਾਰ ਦੇ ਵਿਕਾਰ ਲੱਗ ਜਾਣੇ, ਜੋ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਜਨਮ ਜਮਾਤਰਾਂ ਦੇ ਵਿਯੋਗ ਆ ਲੱਗਦੇ ਹਨ ਜੀ। ਮਾਇਆ ਦੇ ਜਿਤਨੇ ਵੀ ਭੋਗ ਹਨ ਉਹ ਛਿਣ ਭਰ ਵਿੱਚ ਕੌੜੇ ਭਾਵ ਦੁਖਦਾਈ ਹੋ ਜਾਂਦੇ ਹਨ ਜੀ। ਭਾਵ ਜਿਹੜੇ ਮਾਇਆਵੀ ਵਿਕਾਰ ਹਨ ਉਹ ਅੰਤ ਵਿੱਚ ਉਹਨਾਂ ਕਰਕੇ ਮਨੁੱਖ ਬਹੁਤ ਦੁਖੀ ਹੁੰਦਾ ਹੈ ਜੀ। ਹੇ ਭਾਈ, ਅਜਿਹੀ ਸਥਿਤੀ ਨੂੰ ਸੁਧਾਰਨ ਲਈ ਕੋਈ ਵਿਚੋਲਗੀ ਨਹੀਂ ਕਰ ਸਕਦਾ। ਫਿਰ ਕਿਸੇ ਲਈ ਕਿਸੇ ਪਾਸ ਰੋਜ਼ ਜਾ ਕੇ ਰੋਂਦਾ ਹੈ। ਕਿਸੇ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਇਹ ਸਬੱਬ ਅਸੀਂ ਆਪ ਹੀ ਆਪਣੇ ਕੀਤੇ ਫੈਸਲਿਆਂ ਤੋਂ ਬਣਾਇਆ ਹੈ ਜੀ। ਜੇ ਚੰਗੇ ਭਾਗ ਕਰਕੇ ਮੇਰਾ ਪਰਮੇਸ਼ਰ ਆਪ ਆ ਮਿਲੇ ਤਾਂ ਸਭ ਪ੍ਰਕਾਰ ਦਾ ਵਿਯੋਗ ਦੂਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਬੰਧਨਾਂ ਤੋਂ ਛੁਡਾਉਣ ਵਾਲੇ ਹੇ ਮੇਰੇ ਮਾਲਕ, ਹੇ ਪਰਮੇਸ਼ਰ, ਮੈਨੂੰ ਵਿਛੋੜੇ ਦੇ ਦੁੱਖ ਤੋਂ ਬਚਾ ਲਵੋ ਜੀ। ਭਾਵ ਵਿਕਾਰਾਂ ਦੇ ਵਿੱਚੋਂ ਕੱਢ ਲਵੋ ਜੀ। ਜੇ ਕੱਤਕ ਦੇ ਮਹੀਨੇ ਵਿੱਚ ਗੁਰਸ਼ਬਦ ਗੁਰਬਾਣੀ ਦੀ ਸਾਧ ਸੰਗਤ ਪ੍ਰਾਪਤ ਹੋ ਜਾਵੇ ਤਾਂ ਸਭ ਤਰ੍ਹਾਂ ਦੀ ਸੋਚ ਅਥਵਾ ਚਿੰਤਾ ਨਸ਼ਟ ਹੋ ਜਾਂਦੀ ਹੈ ਜੀ। ਇਸ ਦਾ ਸਾਰ ਅਸੀਂ ਇਸ ਤਰ੍ਹਾਂ ਕਰਦੇ ਹਾਂ। ਅੱਸੂ ਦੇ ਮਹੀਨੇ ਵਿੱਚ ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚ ਪਤੀ ਰੂਪ ਪਰਮੇਸ਼ਰ ਨਾਲ ਮਿਲਾਪ ਲਈ ਪ੍ਰੇਮ ਦੀ ਉੱਠੀ ਕੂਕ ਪੁਕਾਰ, ਕੋਈ ਆਣ ਮਿਲਾਵੇ ਮਾਏ, ਕੱਤਕ ਚੜ੍ਹਿਆ। ਉਹ ਇਸੇ ਕੂਕ ਨਾਲ ਕਮਲੀ ਹੋ ਗਈ। ਵਿਛੋੜੇ ਦੇ ਕਾਰਨ ਨਾ ਸੌਣ ਜੋਗਾ ਤੇ ਨਾ ਰੋਣ ਜੋਗਾ ਛੱਡਿਆ। ਇੱਥੋਂ ਤੱਕ ਕਿ ਖਾਣਾ ਪੀਣਾ ਪਹਿਨਣਾ ਕੁਝ ਵੀ ਚੰਗਾ ਨਹੀਂ ਲੱਗਾ। ਉਹ ਦੁੱਖਾਂ ਦੀ ਮਾਰੀ ਵਿਜੋਗਣ ਹਾਰ ਕੇ ਜ਼ਿੰਦਗੀ ਦੇ
ਗਲਤ ਕੀਤੇ ਫੈਸਲੇ ਆਪਣੇ ਕਰਮਾਂ ਨੂੰ ਹੀ ਦੋਸ਼ ਦਿੰਦੀ ਹੈ ਜੀ। ਇਹ ਇੱਕ ਅਟੱਲ ਸੱਚਾਈ ਹੈ ਕਿ ਜੀਵਨ ਵਿੱਚ ਕਦੇ ਹਰਖ, ਕਦੇ ਸੋਗ ਦੇ ਵਰਤਾਰੇ ਦਾ ਪਿਛੋਕੜ ਜੀਵ ਦੇ ਕੀਤੇ ਗਲਤ ਫੈਸਲੇ ਹੀ ਉਸਦੇ ਕਰਮ ਬਣ ਜਾਂਦੇ ਹਨ ਜੀ। ਭਾਵੇਂ ਉਹ ਸੰਚਿਤ ਹੋਣ ਜਾਂ ਵਰਤਮਾਨ ਫੈਸਲੇ। ਸ਼ੈਤਾਨੀ ਰਾਹ 'ਤੇ ਚੱਲਦਿਆਂ ਮਨੁੱਖ ਨੂੰ ਕਦੇ ਵੀ ਸੁੱਖ ਨਹੀਂ ਮਿਲਦਾ। ਭਾਵ ਮਾਇਆਵੀ ਵਿਕਾਰਾਂ ਵਾਲੀ ਜ਼ਿੰਦਗੀ 'ਚ ਰਹਿ ਕੇ ਮਨੁੱਖ ਕਦੀ ਵੀ ਸੁੱਖ ਨਹੀਂ ਪਾ ਸਕਦਾ। ਪਰ ਸਤਿਵਾਦੀ ਮਾਰਗ 'ਤੇ ਚੱਲਦਿਆਂ ਸਾਰਾ ਜਹਾਨ ਹੀ ਉਸਤਤੀ ਕਰਦਾ ਹੈ। ਇੱਕ ਸਧਾਰਨ ਜਿਹੀ ਮਿਸਾਲ ਨੂੰ ਸਮਝ ਕੇ ਆਓ ਉਸ 'ਤੇ ਅਮਲ ਕਰੀਏ ਤਾਂ ਕਰਮ ਖੇਤਰ ਵਿੱਚ ਇਤਨੀ ਸੇਧ ਮਿਲਦੀ ਹੈ ਕਿ ਸਾਰਾ ਜੀਵਨ ਨੂਰੋ ਨੂਰ ਅਤੇ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ ਜੀ। ਜਿਸ ਤਰ੍ਹਾਂ ਮਾਤਾ ਪਿਤਾ ਆਪਣੇ 2 ਪੁੱਤਰਾਂ ਨੂੰ ਇੱਕ ਸਕੂਲ ਵਿੱਚ ਪੜ੍ਹਾਈ ਪ੍ਰਾਪਤ ਕਰਨ ਲਈ ਦਾਖਲ ਕਰਵਾਉਂਦੇ ਹਨ। ਇੱਕ ਬੱਚਾ ਹਰ ਰੋਜ਼ ਸਕੂਲ ਜਾਂਦਾ ਹੈ ਅਤੇ ਕਲਾਸ ਵਿੱਚ ਬੈਠ ਕੇ ਹਰ ਰੋਜ਼ ਆਪਣੇ ਮਾਸਟਰ ਨੂੰ ਯਾਦ ਕੀਤਾ ਪਹਿਲਾ ਸਬਕ ਸੁਣਾਉਂਦਾ ਹੈ ਅਤੇ ਅਗਲਾ ਸਬਕ ਲੈ ਲੈਂਦਾ ਹੈ। ਦੂਜਾ ਬੱਚਾ ਘਰੋਂ ਪੜ੍ਹਨ ਲਈ ਸਕੂਲ ਜਾਂਦਾ ਹੈ ਪਰ ਕਲਾਸ ਵਿੱਚ ਬੈਠਦਾ ਹੀ ਨਹੀਂ, ਭੱਜ ਕੇ ਘਰ ਵਾਪਸ ਆ ਜਾਂਦਾ ਹੈ। ਇਸ ਦੇ ਫਲਸਰੂਪ ਇੱਕ ਬੱਚਾ ਤਾਂ ਪੜ੍ਹ ਕੇ ਵਕੀਲ ਬਣ ਜਾਂਦਾ ਹੈ, ਉਹ ਨੌਕਰ ਚਾਕਰ, ਕੋਠੀ ਅਤੇ ਕਾਰ ਆਦਿ ਰੱਖ ਲੈਂਦਾ ਹੈ। ਪਰ ਦੂਜਾ ਬੱਚਾ ਅਨਪੜ੍ਹਤਾ ਕਾਰਨ ਦਰ-ਦਰ ਦੇ ਧੱਕੇ ਖਾਂਦਾ ਹੈ, ਭਾਵ ਦੁਖੀ ਹੁੰਦਾ ਹੈ। ਪਿਤਾ ਤਾਂ ਚਾਹੁੰਦਾ ਸੀ ਦੋਵੇਂ ਪੁੱਤਰ ਸੁਖੀ ਹੋਣ, ਪਰ ਇੱਕ ਸੁਖੀ ਅਤੇ ਦੂਜਾ ਦੁਖੀ ਹੋ ਗਿਆ। ਇਸ ਵਿੱਚ ਕਸੂਰ ਕਿਸਦਾ ਹੋਇਆ? ਉੱਤਰ ਵਿੱਚ ਗੁਰੂ ਜੀ ਕਹਿੰਦੇ ਹਨ, ਇਹੋ ਹੀ ਕਹਿਣਾ ਪਏਗਾ ਕਿ ਕਸੂਰ ਆਪੋ ਆਪਣੇ ਗਲਤ ਫੈਸਲਿਆਂ ਅਤੇ ਕਰਮਾਂ ਦਾ ਹੈ ਜੀ। ਇਸ ਲਈ ਗੁਰੂ ਸਾਹਿਬ ਇਹੀ ਸਿੱਖਿਆ ਦਿੰਦੇ ਹਨ ਕਿ ਕਿਸੇ ਹੋਰ ਨੂੰ ਕੀ ਦੋਸ਼ ਦਈਏ ਜੀ। ਜੇ ਕਰਮਾਂ ਦਾ ਨਿਰੀਖਣ ਕਰੀਏ ਤਾਂ ਅਸਲ ਰੂਪ ਵਿੱਚ ਇੱਕ ਤਾਂ ਇਹ ਵੀ ਚੀਜ਼ ਸਾਡੇ ਸਾਹਮਣੇ ਆਵੇਗੀ ਕਿ ਮਨੁੱਖ ਜਿਹੋ ਜਿਹੇ ਨਿਸ਼ਚੇ ਧਾਰਦਾ ਹੈ, ਉਹਨਾਂ ਦੀ ਪੂਰਤੀ ਲਈ ਉਹ ਜਿਹੇ ਜਿਹੇ ਕਰਮ ਕਰਦਾ ਹੈ। ਭੈੜੇ ਕੰਮ ਕਰਦਿਆਂ ਉਹ ਜੋ ਵੀ ਸੋਚੇਗਾ ਉਹੋ ਜਿਹੇ ਕੰਮ ਕਰੇਗਾ। ਇਸ ਨੁਕਤੇ ਅਨੁਸਾਰ ਮਨੁੱਖ ਨੂੰ ਆਪਣੇ ਨਿਸ਼ਚੇ ਗੁਰਮਤਿ ਦੀ ਪਰਖ ਕਸਵੱਟੀ ਉੱਤੇ ਪਰਖਣੇ ਚਾਹੀਦੇ ਹਨ ਜੀ। ਕੱਤਕ ਦੇ ਮਹੀਨੇ ਵਿੱਚ ਕਰਮ ਸੰਕਲਪ ਦੀ ਥਿਊਰੀ ਨੂੰ ਸਮਝਣ ਲਈ ਗੁਰੂ ਜੀ ਇਸ ਪੰਕਤੀ ਵਿੱਚ ਅੰਮ੍ਰਿਤ ਬਰਸਨਾਂ ਉੱਤੇ ਪ੍ਰਤੀਤ ਆਉਣੀ ਜ਼ਰੂਰੀ ਹੈ ਜੀ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਾਡਾ ਗੁਰੂ ਗ੍ਰੰਥ ਸਾਹਿਬ ਉਸਦੀ ਗੁਰਬਾਣੀ ਵਿੱਚ ਦੱਸੀ ਗੁਰਬਾਣੀ ਸਿੱਖ ਧਰਮ ਦੈਵੀ ਗੁਣਾਂ ਦੀ ਪੂਜਾ ਦਾ ਅਨੁਆਈ ਹੈ ਅਤੇ ਅਧਿਆਤਮਿਕ ਕਰਮਾਂ ਨੂੰ ਸ੍ਰੇਸ਼ਟ ਮੰਨਦਾ ਹੈ। ਗੁਰੂ ਜੀ ਨੇ 12 ਮਾਹ ਦੇ ਆਰੰਭ ਵਿੱਚ ਹੀ ਪਰਮਾਤਮਾ ਨਾਲੋਂ ਜੀਵ ਦੇ ਵਿਛੋੜੇ ਦਾ ਕਾਰਨ ਜੀਵ ਦੇ ਗਲਤ ਕੀਤੇ ਫੈਸਲੇ ਜੋ ਕਿ ਉਸਦੇ ਕਰਮ ਬਣ ਗਏ ਹਨ ਦੱਸੇ ਹਨ। ਇਸ ਮਹੀਨੇ ਵਿੱਚ ਮੁੜ ਉਸੇ ਵਿਚਾਰ ਦੀ ਚੇਤਾਵਨੀ ਕਰਵਾ ਰਹੇ ਹਨ ਜੀ ਕਿ ਹਰ ਇੱਕ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ
ਭੋਗਣਾ ਪੈਂਦਾ ਹੈ। ਇਸ ਲਈ ਮਨੁੱਖ ਨੂੰ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਕਰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਦੇ ਕਰਨ ਨਾਲ ਵਾਹਿਗੁਰੂ ਜੀ ਨਾ ਵਿਸਰਨ, ਭਾਵ ਉਸ ਨੂੰ ਮਾਇਆਵੀ ਵਿਕਾਰ ਤੰਗ ਨਾ ਕਰਨ। ਸੁੱਖਾਂ ਵਿੱਚ ਨਾਮ ਰਸ ਭੁੱਲ ਜਾਂਦਾ ਹੈ ਅਤੇ ਮਨੁੱਖ ਨੂੰ ਹਰ ਤਰ੍ਹਾਂ ਦੇ ਦੁੱਖ ਘੇਰ ਲੈਂਦੇ ਹਨ, ਕਿਉਂਕਿ ਰੋਗਾਂ ਦੀ ਉਤਪਤੀ ਦਾ ਕਾਰਨ ਹੀ ਮਾਇਆਵੀ ਵਿਕਾਰ, ਸਵਾਦ ਅਤੇ ਰਸਾਂ ਦੇ ਭੋਗ ਹਨ ਜੀ। ਅੰਤ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੀਵ ਨੂੰ ਜੀਵਨ ਜਾਚ ਸਿਖਾਉਂਦੇ ਹੋਏ ਇਹ ਉਪਦੇਸ਼ ਦਿੰਦੇ ਹਨ ਕਿ ਹੇ ਭਾਈ, ਪਰਮੇਸ਼ਰ ਅੱਗੇ ਇਉਂ ਬੇਨਤੀ ਕਰ ਕਿ ਹੇ ਪਰਮਾਤਮਾ, ਮੈਂ ਦੁਨਿਆਵੀ ਸੁੱਖਾਂ ਅਤੇ ਮਾਇਆ ਦੇ ਮੋਹ ਰੂਪੀ ਬੰਧਨ ਵਿੱਚ ਬੱਧਾ ਹੋਇਆ ਹਾਂ। ਤੁਸੀਂ ਵਿਕਾਰਾਂ ਨੂੰ ਕੱਟਣ ਵਾਲੇ ਸਾਹਿਬ ਹੋ। ਆਪਣੀ ਸ਼ਰਨ ਵਿੱਚ ਰੱਖ ਕੇ ਬਖਸ਼ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕੱਤਕ ਦੇ ਮਹੀਨੇ ਵਿੱਚ ਜੇ ਗੁਰਸ਼ਬਦ ਗੁਰਬਾਣੀ ਨੂੰ ਅਪਣਾਈਏ ਅਤੇ ਸਾਧੂ ਦਾ ਸੰਗ ਹੋਵੇ, ਉਸ ਦਾ ਨਾਮ ਰੰਗ ਚੜ੍ਹ ਜਾਵੇ ਤਾਂ ਸਾਰੇ ਫਿਕਰ, ਸ਼ੌਕ, ਅੰਦੇਸੇ ਦੂਰ ਹੋ ਜਾਂਦੇ ਹਨ ਜੀ। ਫਿਰ ਖੁਸ਼ੀਆਂ ਤੇ ਖੇੜਿਆਂ ਵਾਲਾ ਉਹ ਘਰ ਮਿਲ ਜਾਂਦਾ ਹੈ ਜੀ। ਭਾਵ ਉਸ ਦੇ ਅੰਦਰ ਇਹ ਨਿਸ਼ਚਾ ਹੋ ਜਾਂਦਾ ਹੈ ਜੀ ਅਤੇ ਉਹ ਵਿਕਾਰਾਂ ਤੋਂ ਛੁਟਕਾਰਾ ਪਾ ਲੈ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।